पदबंद रामदास अर्जुन गुरु वर श्री हरगोविंद हरि राय हरे कृष्ण गोर तेग बहादुर चंद दसवें गोविंद सिंह गुरु नमो चरण अरविंद जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तेरे संतन को बंदना सिर चरणन भरतार एक अंकारा सतगुरु तेरे प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी। रसावल छंद सुनी कान बानी पति जान मानी तो फंगै संभारी बरूदान डारी सुनी कान बानी पति जान मानी वाहिगुरु जी का खालसा वाहिगुरु जी की फतेह। परम सन्मानयोग सतगुरां दी साजी अते निवाजी गुरु प्यारी गुरु सवारी गुरु स्वरूप गुरु खालसा साध संगत जीओ बहुत ही वडभागे हो जो कि संध्या काल दे सजे हुए पावन पवित्र दरबारां अंदर चवर छत्र तख्त दे मालक गुरता गद्दी पर विराजमान दसों ही पातशाहियां दे आत्मक स्वरूप जाहरा जहूर हाजरा हजूर सर्व कला भरपूर धन 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 सतगुरु साहिब श्री गुरु ग्रंथ साहिब महाराज साहिब जी दियां पावन पवित्र हाजरियां भर रहे हो। सजे हुए पावन पवित्र संध्या काल दे दीवाना अंदर अमृत रूप चल रही लड़ीवार गुर इतिहास की पावन कथा विचार का समा होया। संकल्पां विकल्पां दे ताई प्रश्न करदियां होया मनोवृत्तियां दे ताई एकाग्र करदियां होया पावन पवित्र कल्याणकारी सतगुरु साहिबां दा इतिहास गुरु जस सरवण कर लाह प्राप्त करना करिए जी। सो कल दे दीवाना अंदर आप गुरसिख संगतां प्रसंग सरवण कीता
ਕਿ ਜਿਸ ਵੇਲੇ ਧੰਨ ਗੁਰੂ ਹਰਿ ਪਾਤਸ਼ਾਹ ਜੀ ਸਤਲੁਜ ਦਰਿਆ ਦੇ ਕਿਨਾਰੇ ਤੇ ਜਾ ਰਹੇ ਹੈ, ਅੱਗੇ ਸਤਿਗੁਰੂ ਜੀ ਹੈ, ਮਗਰ ਸਤਿਗੁਰਾਂ ਦੇ ਮਹਿਲ, ਦਾਸ ਦਾਸੀਆਂ ਗਣ ਸੰਯੁਗਤ ਵੱਡੀ ਵਹੀਰ ਹੈ, ਉਹਨਾਂ ਦੇ ਮਗਰ ਭਾਈ ਗੌਰਾ ਜੀ ਹੈ। ਸਤਿਗੁਰੂ ਜੀ ਅੱਗੇ ਲੰਘ ਗਏ ਹੈ, ਵਹੀਰ ਨੂੰ ਮੁਗਲਿਆ ਫੌਜ ਨੇ ਘੇਰਾ ਪਾ ਲਿਆ। ਸਤਿਗੁਰਾਂ ਤੱਕ ਸੂਚਨਾ ਪਹੁੰਚੀ, ਗੁਰਾਂ ਕਿਹਾ ਭਾਈ ਗੌਰਾ ਪਿੱਛੇ ਹੈ ਨਨਾਵਾਂ ਭਗਤੂ ਦਾ, ਆਪਣੀਆਂ ਮਾਤਾਵਾਂ ਦੀ ਰੱਖਿਆ ਕਰ ਲੇਗਾ। ਇੱਧਰ ਭਾਈ ਗੌਰੇ ਨੂੰ ਪਤਾ ਲੱਗਾ, ਜਾਂਦੇ ਪਹਿਲਾਂ ਮੁਗਲਾਂ ਨੂੰ ਤਾੜਿਆ ਘੂਰਿਆ ਕਿ ਰਸਤਾ ਛੱਡ ਦਿਓ, ਨਹੀਂ ਮੰਨੇ ਤਾਂ ਫਿਰ ਤਲਵਾਰਾਂ ਧੂ ਕੇ ਰਣ ਭੂਮੀ ਵਿੱਚ ਭਾਈ ਗੌਰਾ ਜੀ ਉਤਰ ਆਏ। 300 ਘੋੜਸਵਾਰ ਫੌਜਾਂ ਸੰਯੁਗਤ ਹਜ਼ਾਰਾਂ ਦੀ ਗਿਣਤੀ ਵਿੱਚ ਮੁਗਲਿਆ ਫੌਜ ਦੇ ਸਾਹਮਣੇ ਡਟ ਗਏ। ਗੁਰਾਂ ਦੀ ਵਹੀਰ ਨੂੰ ਮਹਿਲ, ਸਤਿਗੁਰਾਂ ਦੇ ਦਾਸ ਦਾਸੀਆਂ ਗਣ ਸੁਰੱਖਿਅਤ ਗੁਰੂ ਸਾਹਿਬਾਂ ਵੱਲ ਤੋਰ ਕੇ ਭਾਈ ਗੌਰਾ ਜੀ ਆਪ ਰਣ ਭੂਮੀ ਦੇ ਵਿੱਚ ਡਟ ਗਏ। ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕੀਤਾ। ਇਹ ਤੋਂ ਅੱਗੋਂ ਕਥਾ ਆਰੰਭ ਹੋ ਰਹੀ ਹੈ। ਪਾਵਨ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰ, ਲਾਹ ਪ੍ਰਾਪਤ ਕਰਨਾ ਕਰੀਏ ਜੀ। ਰਸਾਵਲ ਛੰਦ ਸੁਣੀ ਕਾਨ ਬਾਣੀ। ਜਿਸ ਵੇਲੇ ਰਣ ਭੂਮੀ ਵਿੱਚ ਦੋਨਾਂ ਪਾਸਿਆਂ ਤੋਂ ਫੌਜਾਂ ਡਟੀਆਂ, ਭਾਈ ਗੌਰੇ ਦੇ ਸੂਰਬੀਰ ਬੈਰਾੜ ਬਹਾਦਰਾਂ ਨੇ ਮੁਗਲਿਆ ਫੌਜ ਨੂੰ ਰਣ ਭੂਮੀ ਵਿੱਚੋਂ ਖਦੇੜ ਸੁੱਟਿਆ, ਤਾਂ ਮੁਗਲਿਆ ਫੌਜ ਦਾ ਜਰਨੈਲ ਆਪਣੀ ਸੈਨਾ ਨੂੰ ਵੰਗਾਰਦਾ ਹੈ ਕਿ ਰਣ ਭੂਮੀ ਵਿੱਚ ਅੱਗੇ ਵਧੋ। ਤਾਂ ਉਸ ਵੇਲੇ ਆਪਣੇ ਪਤੀ, ਆਪਣੇ ਸੁਆਮੀ ਸੈਨਾਪਤੀ ਦੀ ਇਹ ਬਾਣੀ ਸੁਣੀ ਹੈ। ਪਤੀ ਜਾਨ ਮਾਨੀ ਤੇ ਸੈਨਾਪਤੀ ਜਾਣ ਕੇ ਗੱਲ ਮੰਨ ਲਈ ਹੈ। ਤੋ ਫੰਗੈ ਸੰਭਾਰੀ। ਆਪੋ ਆਪਣੀਆਂ ਬੰਦੂਕਾਂ ਮੁਗਲਿਆ ਸਿਪਾਹੀਆਂ ਨੇ ਸੰਭਾਲੀਆਂ। ਬਰੂਦਾਂ ਨੰਡਾਰੀ ਤੇ ਬਰੂਦ ਪਾਏ ਹੈ, ਬੰਦੂਕਾਂ ਵਿੱਚ ਗੋਲੀਆਂ ਪਾਈਆਂ। ਠੁਕੀ ਫੇਰ ਗੋਰੀ, ਗੋਲੀਆਂ ਠੋਕੀਆਂ ਗਜਾਂ ਨਾਲ। ਕਰੀ ਤਿਆਰ ਸ਼ੋਰੀ, ਤਿਆਰ ਕਰਕੇ ਬੰਦੂਕਾਂ ਛੱਡੀਆਂ। ਤੜਾਕੇ ਉਠਾਏ, ਬਹੁਤ ਤੜਕ ਤੜਕ ਦੀ ਆਵਾਜ਼ ਹੋਈ, ਤਾੜ ਤਾੜ ਕਰਦੀਆਂ ਗੋਲੀਆਂ ਚੱਲੀਆਂ। ਪਲੀਤੇ ਤੁਖਾਏ, ਪਲੀਤਿਆਂ ਨੂੰ ਤੁਖਾਇਆ, ਅੱਗਾਂ ਲਾਈਆਂ। ਪਵਾਏ ਤੁਰੰਗਾ, ਤੇ ਤੁਰੰਗ ਕਹੀਏ ਘੋੜੇ ਜਿਹੜੇ ਐ ਉਹ ਰਣ ਭੂਮੀ ਵਿੱਚ ਦੌੜਾਏ ਐ। ਬੜੇ ਬੇਗ ਸੰਗਾ, ਬਹੁਤ ਬੇਗ ਕਹੀਏ ਰਫ਼ਤਾਰ ਦੇ ਨਾਲ। ਕਰੇ ਨੇਰ ਆਏ, ਨੇੜ ਕਰਕੇ ਆਏ ਐ। ਮੁਗਲਿਆ ਸਿਪਾਹੀ ਅਗਾਂਹ ਵੱਧ ਕੇ ਆਏ ਐ, ਨੇੜ ਕੀਤਾ ਹੈ। ਸੋ ਨੇਜੇ ਭਰਮਾਏ, ਆਪਣੇ ਹੱਥਾਂ ਵਿੱਚ ਪਕੜੇ ਨੇਜੇ ਜਿਹੜੇ ਆ ਉਹ ਭਰਮਾਏ ਆ, ਘੁਮਾਏ ਆ। ਰਸਿਓ ਵੀਰ ਗੌਰਾ, ਭਾਈ ਗੌਰਾ ਜੀ ਵੀਰ ਰਸ ਵਿੱਚ ਆਏ ਐ। ਖਰੋ ਤਾਹੇ ਠੌਰਾ, ਤੇ ਖਰੋ ਤਾਹੇ ਠੌਰਾ, ਰਣ ਭੂਮੀ ਵਿੱਚ ਡਟ ਕੇ ਭਾਈ ਗੌਰਾ ਜੀ ਖਲੋਤੇ ਐ। ਸੋ ਪੈਰਨ ਜਮਾਏ, ਪੈਰ ਜਮਾਏ ਹੋਏ ਐ, ਨਹੀਂ ਚਾਲ ਪਾਏ। ਤੇ ਕਿਵੇਂ ਕਰਕੇ ਵੀ ਭਾਈ ਗੌਰਾ ਤਥਾ ਬਰਾੜ ਸੂਰਮਿਆਂ ਦੇ ਪੈਰ ਹਿੱਲੇ ਨਹੀਂ। ਤੋ ਫੰਗਾਨ ਗੋਰੀ, ਬੰਦੂਕਾਂ ਵਿੱਚ ਗੋਲੀਆਂ ਪਾਈਆਂ ਹੋਈਆਂ ਸਨ। ਇਕੰਬਾਰ ਸ਼ੋਰੀ, ਇੱਕੀ ਵਾਰ ਬਰਾੜ ਸੂਰਮਿਆਂ ਨੇ ਛੱਡੀਆਂ।
ਬਕੈ ਸਿੱਖ ਸਾਰੇ ਸਾਰੇ ਗੁਰੂ ਦੇ ਸਿੱਖ ਇਉਂ ਕਹਿੰਦੇ ਐ, ਲਿਜੈ ਸਤਰ ਮਾਰੇ ਇਹਨਾਂ ਸ਼ਤਰੂਆਂ ਨੂੰ ਮਾਰ ਲਓ, ਅੱਜ ਜਾਣ ਨਾ ਦਿਓ ਮੁਗਲ ਸਿਪਾਹੀਆਂ ਨੂੰ। ਤਿਨੋ ਜੋਰ ਘਾਲਾ ਉਧਰ ਮੁਗਲ ਸਿਪਾਹੀਆਂ ਨੇ ਵੀ ਵੱਡਾ ਜ਼ੋਰ ਪਾਇਆ ਹੈ, ਮਹਾ ਹੇਲ ਡਾਲਾ ਬਹੁਤ ਵੱਡਾ ਹੱਲਾ ਕੀਤਾ ਹੈ। ਸਹਿਓ ਠਾਂਡ ਹੋਇ ਕੈ ਭਾਈ ਗੌਰਾ ਤਥਾ ਬਰਾੜ ਸੂਰਮਿਆਂ ਨੇ ਰਣ ਭੂਮੀ ਵਿੱਚ ਖਲੋ ਕੇ ਮੁਗਲੀਆ ਫੌਜ ਦੇ ਹੱਲੇ ਨੂੰ ਸਹਾਰਿਆ, ਆਪਣੀਆਂ ਛਾਤੀਆਂ ਤੇ ਚੱਲਿਆ। ਹਨੈ ਕ੍ਰੋਧ ਕਹਿ ਗੈ ਕ੍ਰੋਧ ਵਿੱਚ ਆ ਕੇ ਹਨੈ ਕਈਏ ਸ਼ਤਰੂਆਂ ਨੂੰ ਮਾਰਦੇ ਐ। ਉਥਲੈ ਪਲਥੈ ਬਹੁਤ ਉਥਲ ਪਥਲ ਕਰ ਰਹੇ ਐ, ਉੱਤੇ ਥੱਲੇ ਕਰ ਰਹੇ, ਭਾਵ ਮੁਗਲ ਸਿਪਾਹੀਆਂ ਦੀ ਬਹੁਤ ਉਥਲ ਪਥਲ ਗੁਰੂ ਦੇ ਸਿੱਖ ਕਰ ਰਹੇ ਐ। ਨਹੀਂ ਪਾਏ ਹੱਲੈ ਕਿਵੇਂ ਕਰਕੇ ਵੀ ਇਹਨਾਂ ਦੇ ਪੈਰ ਨਹੀਂ ਹਿੱਲ ਰਹੇ। ਮੁਗਲ ਸਿਪਾਹੀਆਂ ਨੇ ਬੜਾ ਜ਼ੋਰ ਲਾਇਆ, ਪਰੰਤੂ ਬਰਾੜਾਂ ਦੇ ਪੈਰ ਜੰਮੇ ਹੋਏ ਐ। ਰਿਪੂ ਤੁੰਡ ਤੋਰਾ ਸ਼ਤਰੂਆਂ ਦਾ ਮੂੰਹ ਭੰਨ ਸੁੱਟਿਆ, ਦੀਏ ਪਾਸ਼ ਮੋਰਾ ਪਿਛਲੇ ਪੈਰੀ ਪਿਛਾਂ ਮੋੜ ਸੁੱਟਿਆ। ਪਨੰ ਕੋ ਪਛਾਈ ਫਿਰ ਕ੍ਰੋਧ ਛਾਇਆ, ਕਨੀ ਸੈਨ ਆਈ ਬਹੁਤ ਵੱਡੀ ਸੈਨਾ ਆਈ। ਤੋ ਫੰਗੈ ਚਲਾਈ ਸੂਰਬੀਰ ਬਹਾਦਰਾਂ ਨੇ ਬੰਦੂਕਾਂ ਚਲਾਈਆਂ, ਸੋ ਧੌਂਸੇ ਬਜਾਈ ਧੌਂਸਿਆਂ ਤੇ ਨਗਾਰਿਆਂ ਤੇ ਦੋਹਰੀਆਂ ਚੋਬਾਂ ਲੱਗੀਆਂ। ਉਹ ਲੰਘਿਓ ਬਹੀਰੰ ਜੋ ਸਤਿਗੁਰਾਂ ਦੀ ਇਹ ਬਹੀਰ ਫੌਜ ਦਾਸ ਸੰਗਤਾਂ ਤੇ ਮਾਤਾਵਾਂ ਮਹਿਲ ਹੈ ਗੁਰਾਂ ਦੇ, ਉਹ ਸਾਰੀ ਬਹੀਰ ਜਥਾ ਅੱਗੇ ਲੰਘ ਗਿਆ ਸੁਰੱਖਿਅਤ। ਪਿਖਿਓ ਨਾਹੇ ਤੀਰੰ ਜਦੋਂ ਕੋਲ ਨਹੀਂ ਵੇਖਿਆ ਭਾਈ ਗੌਰਾ ਜੀ ਨੇ ਜਾਣਿਆ ਕਿ ਸੁਰੱਖਿਅਤ ਸਾਰੀ ਬਹੀਰ ਅੱਗੇ ਚਲੇ ਗਈ ਹੈ। ਤਵੈ ਗੌਰ ਬੀਰੰ ਤਾਂ ਵੀਰ ਬਹਾਦਰ ਭਾਈ ਗੌਰੇ ਨੇ ਲਰਿਓ ਧਾਰ ਧੀਰੰ ਫਿਰ ਧੀਰਜ ਧਾਰਨ ਕਰਕੇ ਰਣ ਭੂਮੀ ਵਿੱਚ ਡਟ ਗਏ। ਪਹਿਲੋਂ ਮਾਤਾਵਾਂ ਵੱਲ ਧਿਆਨ ਸੀ, ਕੋਈ ਮੁਗਲ ਸਿਪਾਹੀ ਉਧਰ ਨੂੰ ਮਗਰ ਜਾ ਕੇ ਤੇ ਨਹੀਂ ਹਮਲਾ ਕਰ ਰਿਹਾ। ਜਦੋਂ ਜਾਣਿਆ ਕਿ ਬਹੀਰ ਸੁਰੱਖਿਅਤ ਚਲੇ ਗਈ ਹੈ, ਫਿਰ ਬੜੀ ਨਿਰਭੈਤਾ ਤੇ ਬਹਾਦਰੀ ਨਾਲ ਰਣ ਭੂਮੀ ਵਿੱਚ ਡਟ ਗਏ। ਧਿਆਨ ਸਾਰਾ ਰਣ ਵਿੱਚ ਕੇਂਦਰਿਤ ਹੋ ਗਿਆ ਹੈ। ਹਟੇ ਥੋਰ ਪਾਛੇ ਹੁਣ ਥੋੜਾ ਪਿੱਛੇ ਹਟ ਕੇ ਡਟੇ ਹੈ। ਪਛਿਓ ਮਚਿਓ ਲੋਹ ਆਛੇ ਬਹੁਤ ਚੰਗਾ ਲੋਹਾ ਮਚਿਆ ਖੜਕਿਆ। ਦਿਨੰ ਅੰਤ ਜਾਨਾ ਤੇ ਦਿਨ ਦਾ ਅੰਤ ਜਾਣਿਆ, ਜਿਸ ਵੇਲੇ ਕਿ ਹੁਣ ਸੰਧਿਆ ਦਾ ਕਾਲ ਸਮਾਂ ਹੋ ਰਿਹਾ ਹੈ। ਹਨੈ ਤਾਹੇ ਬਾਨਾ ਇਹ ਬਾਣ ਚੱਲ ਰਹੇ ਆ, ਤੀਰਾਂ ਦੀ ਬਰਸ਼ਾਰ ਹੋ ਰਹੀ ਹੈ। ਕਿਰਪਾਨੈ ਨਿਕਾਰੀ ਸੂਰਬੀਰ ਬਹਾਦਰਾਂ ਨੇ ਕਿਰਪਾਨਾਂ ਕੱਢ ਲਈਆਂ। ਟਿਗੰ ਟਿਗੰ ਢੂਕ ਮਾਰੀ ਸ਼ਤਰੂਆਂ ਦੇ ਕੋਲ ਢੁਕ ਢੁਕ ਕੇ ਨੇੜੇ ਹੋ ਕੇ ਸ਼ਤਰੂਆਂ ਤੇ ਤਲਵਾਰਾਂ ਚਲਾਈਆਂ। ਹਥਾਵਥ ਹੋਏ ਹੱਥੋਂ ਜੁੱਥੀ ਜੁੱਟ ਪਿਆ। ਰਿਪੂ ਪ੍ਰਾਨ ਖੋਏ ਸ਼ਤਰੂਆਂ ਦੇ ਪ੍ਰਾਣ ਨਾਸ ਕਰ ਰਹੇ ਐ। ਨਹੀਂ ਜਾਣ ਦੀਨੇ ਸ਼ਤਰੂਆਂ ਨੂੰ ਰਣ ਭੂਮੀ ਵਿੱਚ ਸੁੱਕੇ ਜਾਣ ਨਹੀਂ ਦਿੱਤਾ। ਜਿਨੋ ਵਾਰ ਕੀਨੇ ਜਿਹਨੇ ਵਾਰ ਕੀਤਾ ਉਹਨੂੰ ਵਾਰ ਦਾ ਅੱਗੋਂ ਜਵਾਬ ਵਾਰ ਵਿੱਚ ਦਿੱਤਾ ਹੈ। ਮਹਾਬੀਰ ਗੌਰਾ ਭਾਈ ਗੌਰਾ ਜੀ ਬੜੇ ਵੱਡੇ ਵੀਰ ਹੈ, ਬਹਾਦਰ ਹੈ। ਫਿਰਿਓ ਜੰਗ ਦੌਰਾ ਰਣ ਭੂਮੀ ਵਿੱਚ ਦੌੜੇ ਫਿਰਦੇ ਆ, ਸ਼ਤਰੂਆਂ ਦੇ ਤਾਈਂ ਰਣ ਭੂਮੀ ਵਿੱਚ ਖਦੇੜ ਰਹੇ ਐ। ਭਰੀ ਸ੍ਰਵਣ ਸਾਰੀ ਲਹੂ ਨਾਲ ਭਰੀ ਹੋਈ ਐ ਸਾਰੀ। ਕਿਰਪਾਨੈ ਸੰਭਾਰੀ ਜਿਹੜੀਆਂ ਕਿਰਪਾਨਾਂ ਸੂਰਮਿਆਂ ਨੇ ਹੱਥ ਵਿੱਚ ਪਕੜੀਆਂ, ਉਹ ਲਹੂ ਨਾਲ ਭਰੀਆਂ ਹੋਈਆਂ। ਖਚਾ ਖਚ ਬਾਹੈ ਖਚਾ ਖਚ ਵਾਹੁੰਦੇ ਐ, ਭਾਵ ਬਹੁਤ ਬਲ ਦੇ ਨਾਲ ਸ਼ੀਘਰਤਾ ਨਾਲ ਤਲਵਾਰ ਚਲਾਉਂਦੇ ਐ। ਕਟੈ ਅੰਗ ਲਾਹੈ ਤੇ ਸ਼ਤਰੂਆਂ ਦੇ ਅੰਗ ਕੱਟ ਵੱਢ ਕਰਕੇ ਲਾਈ ਜਾ ਰਹੇ ਐ।
ਕਨੇ ਜੰਗ ਕਾਲਾ ਬਹੁਤ ਵੱਡਾ ਜੰਗ ਕੀਤਾ ਹੈ। ਭਈ ਭੂਮ ਲਾਲਾ ਰਣ ਖੇਤਰ ਵਾਲੀ ਭੂਮੀ ਲਾਲ ਰੰਗ ਦੀ ਹੋ ਗਈ ਹੈ। ਗਿਰੇ ਰੁੰਡ ਮੁੰਡੰ ਬਹੁਤ ਰੁੰਡ ਤੇ ਮੁੰਡ, ਸਿਰ ਤੇ ਧੜ ਡਿੱਗੇ ਪਏ, ਬਿਥਰੇ ਪਏ ਐ। ਕਰੇ ਖੰਡ ਤੁੰਡੰ ਸੂਰਬੀਰ ਬਹਾਦਰਾਂ ਨੇ ਸ਼ਤਰੂਆਂ ਦੇ ਤੁੰਡ, ਮੂੰਹ ਜਿਹੜੇ ਆ ਉਹ ਖੰਡ ਪਾੜ ਸੁੱਟੇ ਬਰਸ਼ੀਆਂ ਨਾਲ। ਦੋਹਰਾ ਲੜਤ ਰਹਿਓ ਗਨ ਤੁਰਕ ਸੋ ਬਹੁਤ ਤੁਰਕਾਂ ਨਾਲ ਭਾਈ ਗੌਰਾ ਜੀ ਲੜੇ। ਹਤਹਿ ਤੁਬਕ ਤਰਵਾਰ ਬੰਦੂਕਾਂ ਤੇ ਤਲਵਾਰਾਂ ਚੱਲਦੀਆਂ, ਨਹੀਂ ਜਾਨ ਆਗੇ ਦੀਏ ਅੱਗੇ ਜਾਣ ਨਹੀਂ ਦਿੱਤੇ ਸਤਿਗੁਰਾਂ ਦੇ ਮਗਰ ਜਾਂ ਬਹੀਰ ਦੇ ਮਗਰ, ਮੁਗਲ ਸਿਪਾਹੀ ਜਾਣ ਨਹੀਂ ਦਿੱਤੇ। ਅਰੇ ਓ ਮਨਿੰਦ ਕਿਵਾਰ ਭਾਈ ਗੌਰਾ ਤਥਾ ਭਾਈ ਗੌਰਾ ਦੇ ਸੰਗੀ ਬਰਾੜ ਸੂਰਮੇ ਕਿਵਾਰ ਦੀ ਨਿਆਈ ਮਾਨੋ ਕਿਲੇ ਦਾ ਦਰਵਾਜ਼ਾ ਬਣ ਕੇ ਅੱਗੇ ਖਲੋ ਗਏ, ਸ਼ਤਰੂਆਂ ਨੂੰ ਲੰਘਣ ਨਹੀਂ ਦਿੱਤਾ ਅੱਗੇ। ਅੰਤਹਿਪੁਰ ਸਤਿਗੁਰੂ ਕੋ ਸਤਿਗੁਰਾਂ ਦਾ ਅੰਤਹਿਪੁਰ, ਸਤਿਗੁਰਾਂ ਦੇ ਮਹਿਲ, ਅਪਰ ਬਹੀਰ ਸਮੂਹ ਤੇ ਬਾਕੀ ਸਾਰੀ ਬਹੀਰ, ਵਸਤ ਸਹਿਤ ਸੁਖ ਸੋ ਗਏ ਸਾਰੀਆਂ ਵਸਤੂਆਂ ਸਾਜੋ ਸਮਾਨ ਸੰਯੁਕਤ ਸੁਖ ਪੂਰਵਕ ਚਲੇ ਗਏ ਐ। ਭਇਓ ਨਾ ਕੋ ਪ੍ਰਤਸੂ ਪ੍ਰਤਸੂ ਹੈ ਤੇ ਕੋਈ ਵੀ ਪ੍ਰਤਸਿਊਹ ਨਾਮ ਵਿਗਨ ਨਹੀਂ ਆ ਕੇ ਪਿਆ ਲੱਗਿਆ। ਤੋਟਕ ਛੰਦ ਦਿਨ ਕੇਰ ਪ੍ਰਕਾਸ਼ ਰਹਿਓ ਜਵਲਾ ਜਦੋਂ ਤੱਕ ਦਿਨ ਦਾ ਪ੍ਰਕਾਸ਼ ਰਿਹਾ, ਜਿੰਨਾ ਚਿਰ ਲੋ ਲੱਗੀ ਰਹੀ ਹੈ, ਸੰਧਿਆ ਕਾਲ ਦਾ ਸਮਾਂ ਸੀ, ਜਿਤਨਾ ਕੁ ਚਿਰ ਚਾਨਣ ਰਿਹਾ ਹੈ, ਕਰ ਜੰਗ ਅਰਿਓ ਥਿਰ ਹੋਇ ਤਬਲਾ ਤਦੋਂ ਤੱਕ ਥਿਰ ਹੋ ਕੇ ਭਾਈ ਗੌਰਾ ਜੀ ਜੰਗ ਕਰਦੇ ਰਹੇ। ਪੁਨ ਸੂਰ ਅਥਿਓ ਤਮ ਫੈਲ ਗਇਓ ਉਪਰੰਤ ਸੂਰਜ ਅਸਤ ਹੋ ਗਿਆ, ਅੰਧਕਾਰ ਪਸਰ ਗਿਆ। ਰਣ ਮੈਂ ਨਹਿ ਦੇਖਣ ਹੋਤ ਭਇਓ ਫਿਰ ਰਣ ਦੇ ਵਿੱਚ ਕੁਝ ਦਿਖਾਈ ਨਹੀਂ ਦੇ ਰਿਹਾ। ਤੁਰਕਾਨ ਤਵੈ ਤਮ ਜਾਨ ਤਹਾਂ ਤੁਰਕਾਂ ਨੇ ਅੰਧਕਾਰ ਜਾਣ ਕੇ ਰਣ ਤਿਆਗ ਹਟੇ ਉਮਰਾਵ ਜਹਾਂ ਉਮਰਾਵ ਜਿਹੜੇ ਐ ਮੁਗਲ ਸਿਪਾਹੀ ਜਿਹੜੇ ਰਣ ਛੱਡ ਕੇ ਪਿਛਾਂ ਹਟ ਗਏ ਐ। ਅਬ ਨਾਹੇ ਚੱਲੈ ਬਸ ਰਾਤ ਪਰੀ ਕਹਿੰਦੇ ਆ ਰਾਤ ਪੈ ਗਈ, ਹੁਣ ਕੋਈ ਵਸ ਨਹੀਂ ਚੱਲਣਾ, ਜ਼ੋਰ ਨਹੀਂ ਚੱਲਣਾ। ਅਰ ਸੈਨ ਅਰੀ ਕਰ ਜੋਰ ਲਰੀ ਇਹ ਸ਼ਤਰੂ ਦੀ ਸੈਨਾ ਜਿਹੜੀ ਹੈ, ਭਾਵ ਗੁਰੂ ਦੇ ਸਿੱਖਾਂ ਦੀ ਫੌਜ ਜਿਹੜੀ ਹੈ, ਉਹ ਬੜੀ ਬਹਾਦਰੀ ਨਾਲ ਡਟ ਕੇ ਅੜੀ ਹੋਈ ਹੈ। ਵਿਚਲੇ ਨਹਿ ਧੀਰਜ ਧਾਰ ਰਹੇ ਵਿਚਲਤ ਨਹੀਂ, ਕਿਵੇਂ ਕਰਕੇ ਵੀ ਵਿਚਲਤ ਨਹੀਂ ਹੋਏ। ਗੁਰੂ ਦੇ ਸਿੱਖ ਬੜੀ ਧੀਰਜ ਨੂੰ ਧਾਰਨ ਕਰਕੇ ਸਾਹਮਣੇ ਖਲੋਤੇ ਐ। ਭਟ ਨਾਇਕ ਭੇੜ ਮ੍ਰਿਤੂ ਸੋ ਲਹੇ ਤੇ ਭਟ ਨਾਇਕ ਭੇੜ ਜਿਹੜੇ ਸੂਰਮੇ, ਭਟ ਨਾਹਕ ਭੇੜ ਮ੍ਰਿਤੂ ਸੋ ਲਹੇ। ਨਾਹਕ ਨਾਮ ਨਿਹਾਕੀ, ਮੁਗਲ ਸਿਪਾਹੀ ਤੇ ਮਰਾਵ ਗੱਲਾਂ ਕਰਦੇ, ਐਵੇਂ ਭਿੜਕੇ ਨਿਹਾਕੀ ਇੰਨੇ ਫੌਜ ਇੰਨੇ ਸਿਪਾਹੀ ਆਪਣੇ ਮਰਵਾ ਲਏ ਅਸੀਂ। ਤੁਰਕਾਨ ਤਹਾਂ ਹਟ ਡੇਰ ਕੀਓ ਤੁਰਕਾਂ ਪਛਾੜ ਕੇ ਪੜਾ ਲਾਇਆ। ਮ੍ਰਿਤ ਕਾਲ ਕਾਇਲ ਦੇਖ ਸੰਭਾਲ ਲਿਓ ਜਿਹੜੇ ਮ੍ਰਿਤਕ ਸੀ ਤੇ ਕਾਇਲ ਫਟੜ ਸਨਗੇ, ਉਹ ਵੇਖ ਕੇ ਰਣ ਭੂਮੀ ਵਿੱਚ ਉਹਨਾਂ ਦੀ ਸਾਰ ਸੰਭਾਲ ਕੀਤੀ ਹੈ। ਭਗਤੂ ਸੁਤ ਧੁੰਦਬ ਵਾਵਤ ਭਾਈ ਗੌਰਾ ਜੀ ਨੇ ਜਿੱਤ ਦੇ ਨਗਾਰੇ ਵਜਾਏ। ਹਰ ਰਾਏ ਗੁਰੂ ਦਿਸ ਜਾਵਤ ਹੈ ਧੰਨ ਗੁਰੂ ਹਰਿ ਪਾਤਸ਼ਾਹ ਜੀ ਵੱਲ ਚੱਲ ਪਏ ਐ। ਜਬ ਕੋਸ ਰਹੇ ਥਿਰ ਹੋਤ ਭਇਓ ਜਦੋਂ ਸਤਿਗੁਰਾਂ ਦਾ ਪੜਾ ਕੋਕ ਦੂਰੀ ਤੇ ਰਹਿ ਗਿਆ ਤੇ ਭਾਈ ਗੌਰਾ ਜੀ ਵੀ ਉੱਥੇ ਰੁਕ ਗਏ ਆ, ਕੋ ਦੂਰ। ਨਿਜ ਸੂਰ ਸੋ ਡੇਰ ਲਗਾਏ ਦਿਓ ਆਪਣੇ ਸੂਰਮਿਆਂ ਸੰਯੁਗਤ ਪੜਾ ਲਾ ਲਿਆ। ਗੁਰ ਤੀਰ ਬਹੀਰ ਗਇਓ ਸਭ ਹੂੰ ਸਾਰੀ ਬਹੀਰ ਸਤਿਗੁਰਾਂ ਦੇ ਕੋਲ ਪਹੁੰਚੀ ਹੈ ਜਿਸ ਵੇਲੇ। ਗੁਰ ਬੂਝਨ ਕੀਨ ਮਿਲੇ ਜਬ ਹੂੰ ਜਦੋਂ ਬਹੀਰ ਵਿੱਚੋਂ ਗੁਰਸਿੱਖ ਜਾ ਕੇ ਸਤਿਗੁਰਾਂ ਨੂੰ ਮਿਲੇ ਤੇ ਗੁਰਾਂ ਪੁੱਛਿਆ,
ਤੁਰਕਾਨ ਨਹੀਂ ਨੁਕਸਾਨ ਕੀਓ। ਭਾਈ ਕਿਵੇਂ ਕਰਕੇ ਤੁਰਕਾਂ ਕੋਈ ਨੁਕਸਾਨ ਤੇ ਨਹੀਂ ਕੀਤਾ, ਹਾਨੀ ਤੇ ਨਹੀਂ ਪਹੁੰਚਾਈ ਤੁਹਾਨੂੰ। ਪਹੁੰਚੇ ਆਪਣੀ ਵਸਤੂ ਸੋ ਲਿਓ। ਆਪਣੀਆਂ ਵਸਤੂਆਂ ਸਾਜੋ ਸਮਾਨ ਲੈ ਕੇ ਸੁਰੱਖਿਅਤ ਪਹੁੰਚ ਗਏ ਹੋ ਤੁਸੀਂ। ਸਤਿਗੁਰਾਂ ਪੁੱਛਿਆ ਕਿਮ ਜੰਗ ਭਇਓ ਬੜ ਨਾਦ ਉਠਿਓ। ਜੰਗ ਕਿਵੇਂ ਹੋਇਆ? ਬੜਾ ਵੱਡਾ ਨਾਦ ਹੋ ਰਿਹਾ ਸੀ, ਆਵਾਜ਼ ਸੁਣਾਈ ਦੇ ਰਹੀ ਸੀ। ਕਹੋ ਕੀਤ ਕਸੂਰਨ ਬ੍ਰਿੰਦ ਲੁਠਿਓ। ਦੱਸੋ ਕਿਤਨੇ ਕਸੂਰਮੇ ਰਣ ਭੂਮੀ ਵਿੱਚ ਲੁੱਟੇ ਗਏ, ਭਾਵ ਮਾਰੇ ਗਏ ਆ, ਡਿੱਗ ਗਏ ਆ। ਤਿਨ ਬੀਚ ਹੁਤੇ ਮਤਵਾਨ ਮਹਾ। ਤੇ ਬਹੀਰ ਵਿੱਚ ਜਿਹੜੇ ਸਿਆਣੇ ਸੂਝਵਾਨ ਪੁਰਸ਼ ਸਨ, ਸਭ ਜੰਗ ਪ੍ਰਸੰਗ ਸੁਨਾਏ ਕਹਾ। ਉਹਨਾਂ ਜੰਗ ਦਾ ਪ੍ਰਸੰਗ ਸੁਣਾਉਂਦਿਆਂ ਗੁਰਾਂ ਨੂੰ ਕਿਹਾ ਭਗਤੂ ਸੁਤ ਸਤਰ ਬਿਲੋਕ ਲਏ। ਸਤਿਗੁਰੂ ਜੀ ਭਾਈ ਭਗਤੂ ਜੀ ਦੇ ਪੁੱਤਰ ਭਾਈ ਗੌਰਾ ਜੀ ਨੇ ਜਿਸ ਵੇਲੇ ਮੁਗਲ ਸਿਪਾਹੀਆਂ ਨੂੰ, ਸ਼ਤਰੂਆਂ ਨੂੰ ਵੇਖਿਆ, ਲਲਕਾਰਤ ਨੇਰ ਜੇ ਆਨ ਕੀਏ। ਲਲਕਾਰਦਿਆਂ ਹੋਇਆਂ ਨੇੜੇ ਆ ਕੇ ਟਿਕਾਓ ਕੀਤਾ। ਬਰਜੇ ਤਰਜੇ ਬਹੁ ਬਾਰ ਜਬੈ। ਬਹੁਤ ਵਾਰ ਜਦੋਂ ਤਰਜੇ ਆ, ਤਾੜੇ ਆ ਤੇ ਵਰਜੇ ਹਟਾਏ ਆ। ਨਾ ਮਿਟੇ ਕਰ ਦੌਰ ਪਰੇ ਸੋ ਤਵੈ। ਜਦੋਂ ਸ਼ਤਰੂ ਨਹੀਂ ਮਿਟੇ, ਰਸਤਾ ਨਹੀਂ ਛੱਡਿਆ, ਤੇ ਭਾਈ ਗੌਰਾ ਜੀ ਦੌੜ ਕੇ ਫਿਰ ਰਣ ਭੂਮੀ ਵਿੱਚ ਆ ਉਤਰੇ। ਨਿਜ ਸੂਰਨ ਕੋ ਲਲਕਾਰ ਭਲੇ। ਆਪਣੇ ਸੂਰਮਿਆਂ ਨੂੰ ਭਲੀ ਪ੍ਰਕਾਰ ਲਲਕਾਰ ਕੇ ਫਿਰ ਅਗਰ ਭਇਓ ਨਹਿ ਪਾਰ ਚੱਲੇ। ਤੇ ਅੱਗੇ ਸਾਹਮਣੇ ਅੜ ਕੇ ਖਲੋ ਗਏ ਐ ਤੇ ਸ਼ਤਰੂਆਂ ਨੂੰ ਫਿਰ ਆਪਣੇ ਤੋਂ ਪਾਰ ਅੱਗੇ ਨਹੀਂ ਲੰਘਣ ਦਿੱਤਾ। ਰਣ ਥੰਬ ਮਨੋ ਤਿਸ ਥਾਨ ਖਰਿਓ। ਰਣ ਭੂਮੀ ਵਿੱਚ ਸਥੰਭ ਬਣ ਕੇ ਭਾਈ ਗੌਰਾ ਜੀ ਖਲੋ ਗਏ ਐ। ਤੁਰਕਾਨ ਬਿਰੋਕਤ ਜੋਰ ਕਰਿਓ। ਤੁਰਕਾਂ ਵੇਖ ਕੇ ਬੜਾ ਜ਼ੋਰ ਬਲ ਲਾਇਆ। ਤਬ ਮਾਰਤ ਫੰਗਨ ਹੋਣ ਲੱਗੀ। ਤਦੋਂ ਬੰਦੂਕਾਂ ਦੀ ਘਣੀ ਮਾਰ ਪੈਣ ਲੱਗੀ ਐ। ਬਹੁ ਜੰਗ ਮਚਿਓ ਰਿਸ ਭੂਰ ਜਗੀ। ਬਹੁਤ ਜੰਗ ਮਚੀ ਐ, ਸੂਰਮਿਆਂ ਦੇ ਮਨ ਵਿੱਚ ਬੜਾ ਵੀਰ ਰਸ ਛਾਇਆ ਹੈ। ਸਭ ਰੋਕ ਰੱਖੇ ਹੱਥ ਛਤਰ ਤਹਾਂ। ਸ਼ਤਰੂਆਂ ਦਾ ਹੱਥ ਕਹੀਏ ਨਾਸ ਕਰ ਕਰਕੇ ਸਭ ਸ਼ਤਰੂਆਂ ਨੂੰ ਉੱਥੇ ਹੀ ਰੋਕ ਰੱਖਿਆ, ਗਾਂ ਆਉਣ ਹੀ ਨਹੀਂ ਦਿੱਤਾ ਭਾਈ ਗੌਰਾ ਜੀ ਨੇ। ਨਹਿ ਆਵਨ ਦੀਨ ਬਹੀਰ ਜਹਾਂ। ਵਹੀਰ ਜਿੱਥੇ ਜਾ ਰਹੀ ਸੀ ਇੱਧਰ ਨੂੰ ਆਉਣ ਹੀ ਨਹੀਂ ਦਿੱਤਾ। ਤਰਵਾਰਨ ਕੇ ਸੋ ਪ੍ਰਹਾਰ ਕਰੇ। ਤਲਵਾਰਾਂ ਦੇ ਬਹੁਤ ਵਾਰ ਕੀਤੇ। ਗਨ 70 ਮਰੇ ਅਗਵਾਨ ਲਰੇ। ਜਿਹੜੇ ਸ਼ਤਰੂ ਅੱਗੇ ਆ ਕੇ ਲੜੇ ਉਹ ਮਾਰੇ ਗਏ। ਬਹੁ ਕਾਲ ਰਹੇ ਬਲ ਅਬਾਵਨ ਆਵਨ ਕੋ। ਤੇ ਬਹੁ ਕਾਲ ਰਹੇ ਬਲ ਆਵਨ ਕੋ। ਗਾਂ ਵੱਧ ਕੇ ਬਹੀਰ ਦੇ ਮਗਰ ਆਉਣ ਵਾਸਤੇ ਬੜਾ ਜ਼ੋਰ ਲਾਉਂਦੇ ਰਹੇ ਸ਼ਤਰੂ। ਤੇ ਥਾਨ ਰੱਖੇ ਕਰ ਘਾਵਨ ਕੋ। ਭਾਈ ਗੌਰਾ ਜੀ ਨੇ ਉੱਥੇ ਹੀ ਸ਼ਤਰੂ ਮੁਗਲ ਸਿਪਾਹੀ ਰੋਕ ਰੱਖੇ। ਜਿਹੜਾ ਗਾਂ ਵੱਧਦਾ ਸੀ ਤਲਵਾਰ ਦੀ ਧਾਰ ਦੇ ਵਿੱਚ ਦੀ ਲੰਘਾ ਦਿੰਦੇ ਸਨ। ਵਸਤੂ ਨਾ ਗਈ ਨਹਿ ਤਰਾਸ ਭਇਓ। ਸਤਿਗੁਰੂ ਜੀ ਤੁਹਾਡੇ ਮਹਿਲ ਦਾਸ ਦਾਸੀਆਂ ਤੇ ਸਾਰੀਆਂ ਸੰਗਤਾਂ ਸੁਰੱਖਿਅਤ ਆ ਪਹੁੰਚੀਆਂ। ਕਿਸੇ ਨੂੰ ਕੋਈ ਤਰਾਸ ਡਰ ਨਹੀਂ ਵਿਆਪਿਆ ਤੇ ਕਿਸੇ ਤਰ੍ਹਾਂ ਦੀ ਕੋਈ ਵਸਤੂ ਗਵਾਚੀ ਲੁੱਟੀ ਨਹੀਂ ਗਈ। ਪਹੁੰਚੇ ਚਲ ਦਲ ਆਨੰਦ ਕੀਓ। ਤੇ ਪਹੁੰਚੇ ਚੱਲ ਪੰਥ ਆਨੰਦ ਕੀਓ। ਸਾਰੇ ਪੰਥ ਵਿੱਚ ਚੱਲ ਕੇ ਸੁਰੱਖਿਅਤ ਆ ਪਹੁੰਚੀਆਂ ਬੜੀ ਆਨੰਦਤਾ ਪੂਰਵਕ। ਤੁਮ ਆਪ ਸਹਾਇਕ ਹੋਏ ਰਹੇ। ਸਤਿਗੁਰੂ ਜੀ ਤੁਸੀਂ ਆਪ ਹੀ ਸਹਾਇਕ ਰੱਖਿਓ ਕੋਏ ਹੋ। ਭਗਤੂ ਸੁਤ ਵੀਰ ਬਲੰਦ ਅਹੇ। ਸਤਿਗੁਰੂ ਜੀ ਭਾਈ ਭਗਤੂ ਜੀ ਦੇ ਪੁੱਤਰ ਭਾਈ ਗੌਰਾ ਜੀ ਬੜੇ ਵੱਡੇ ਸੂਰਮੇ ਬਹਾਦਰ ਹੈ। ਡਰਹੀਨ ਲਰਿਓ ਤੁਰਕਾਨ ਹਤੇ। ਨਿਡਰ ਹੋ ਕੇ ਤੁਰਕਾਂ ਨਾਲ ਲੜ ਕੇ ਅਨੇਕ ਸ਼ਤਰੂਆਂ ਦਾ ਉਹਨਾਂ ਵਿਨਾਸ਼ ਕੀਤਾ ਹੈ। ਬਹੁ 70 ਹੁਤੇ ਪਰ ਲੀਨ ਫਤੇ। ਸ਼ਤਰੂ ਤੇ ਬਹੁਤ ਸੀ
ਕਿੰਤੂ ਭਾਈ ਗੌਰਾ ਜੀ ਨੇ ਰਣ ਵਿੱਚੋਂ ਤੁਹਾਡੀ ਕਿਰਪਾ ਨਾਲ ਫਤਿਹ ਹਾਸਲ ਕੀਤੀ ਹੈ। ਜਬ ਲੋ ਅਲੰਗੇ ਸਭ ਆਏ ਗਏ, ਜਦੋਂ ਤੱਕ ਇਹ ਸਾਰੇ ਲੰਘ ਕੇ ਆ ਗਏ ਹੈ, ਤਬ ਲੋ ਲਰਤੇ ਥਿਤ ਹੋਤ ਭਏ। ਤਦੋਂ ਤੱਕ ਭਾਈ ਗੌਰਾ ਜੀ ਉੱਥੇ ਲੜਦੇ ਰਹੇ ਟਿਕ ਕੇ। ਸਭ ਜਾਣ ਲਈ ਸੁਖ ਸੰਗ ਸਭੈ, ਜਦੋਂ ਭਾਈ ਗੌਰਾ ਜੀ ਨੇ ਜਾਣ ਲਿਆ ਕਿ ਬਹੀਰ ਸਾਰੀ ਸੁਰੱਖਿਅਤ ਪਹੁੰਚ ਗਈ, ਅੱਗੇ ਲੰਘ ਗਈ ਹੈ, ਪਹੁੰਚੇ ਗੁਰ ਤੀਰ ਚਲਿਓ ਸੋ ਤਵੈ। ਸਤਿਗੁਰਾਂ ਦੇ ਕੋਲ ਪਹੁੰਚ ਗਈ ਸਾਰੀ ਬਹੀਰ, ਤਾਂ ਫਿਰ ਜੰਗ ਫਤਿਹ ਕਰਕੇ ਮੁਗਲੀਆ ਫੌਜ ਜਦੋਂ ਪਿੱਛੇ ਹਟੀ ਤਾਂ ਭਾਈ ਗੌਰਾ ਜੀ ਉੱਥੋਂ ਚੱਲੇ। ਨਹਿ ਜਾਏ ਤਾਰੀਫ ਕਰੀ ਤਿਸ ਕੀ, ਭਾਈ ਗੌਰਾ ਜੀ ਦੀ ਤਾਰੀਫ ਉਸਤਤ ਸਤਿਗੁਰੂ ਜੀ ਕੀਤੀ ਨਹੀਂ ਜਾਂਦੀ, ਜਿੰਨੀ ਕਰੀਏ ਥੋੜੀ। ਇੰਨੀ ਬਹਾਦਰੀ ਨਾਲ ਲੜੇ, ਮਾਤਾਵਾਂ ਦੀ ਰੱਖਿਆ ਹੈਤੂ। ਹਤ ਬ੍ਰਿੰਦ ਸਹਾਏ ਨਹੀਂ ਕਿਸ ਕੀ, ਬਹੁਤ ਸ਼ਤਰੂਆਂ ਦਾ ਵਿਨਾਸ਼ ਕੀਤਾ ਤੇ ਫਿਰ ਉਹਨਾਂ ਸਹਾਇਤਾ ਵੀ ਨਹੀਂ ਮੰਗੀ। ਤੁਹਾਡੇ ਕੋਲ 2200 ਘੋੜਸਵਾਰ ਸੀ, ਕੋਈ ਸਹਾਇਤਾ ਵਾਸਤੇ ਸੁਨੇਹਾ ਤੱਕ ਨਹੀਂ ਘੱਲਿਆ। ਉਧਰ ਮੁਗਲ ਸਿਪਾਹੀ ਹਜ਼ਾਰਾਂ ਦੀ ਗਿਣਤੀ ਵਿੱਚ ਸਨ ਤੇ ਭਾਈ ਗੌਰਾ ਜੀ 300 ਸੂਰਮਿਆਂ ਸੰਯੁਗਤ। ਗੁਰ ਰੇਤ ਸਰੀਰ ਨਾ ਪਿਆਰ ਧਰਿਓ, ਗੁਰ ਹੇਤ ਗੁਰਾਂ ਦੇ ਵਾਸਤੇ ਆਪਣੇ ਸਰੀਰ ਦਾ ਪਿਆਰ ਪ੍ਰੇਮ ਜਿਹੜਾ ਹੈ ਨਾ ਉਹ ਤਿਆਗ ਦਿੱਤਾ, ਸਨੇਹ ਤਿਆਗ ਦਿੱਤਾ। ਭਟ ਥੋਰ ਲੀਏ ਬਹੁ ਸੰਗ ਲਰਿਓ, ਥੋੜੇ ਜੇ ਸੂਰਮੇ ਲੈ ਕੇ ਸ਼ਤਰੂਆਂ ਨਾਲ ਭਿੜ ਪਏ। ਤਮ ਹੋਤ ਭਏ ਪਿਕ ਸਤਰ ਹਟੇ, ਅੰਧਕਾਰ ਹੋਇਆ ਜਾਣ ਕੇ ਸ਼ਤਰੂ ਪਿਛਾਂ ਹਟ ਗਏ। ਤਜ ਦੂਰ ਗਏ ਤਬ ਇਹੋ ਮਿਟੇ, ਜਦੋਂ ਸ਼ਤਰੂ ਰਣ ਛੱਡ ਕੇ ਦੂਰ ਚਲੇ ਗਏ ਤੇ ਭਾਈ ਗੌਰਾ ਜੀ ਵੀ ਰਣ ਵੱਲੋਂ ਮਿਟ ਗਏ, ਰੁਕ ਗਏ। ਅਬ ਦੁੰਦਬ ਵਾਵਤ ਆਵਤ ਭਾਰ, ਦੁੰਦਬ ਨਗਾਰੇ ਵਜਾਉਂਦੇ ਆ ਭਾਈ ਗੌਰਾ ਜੀ ਆਏ ਐ। ਹੋਏ ਦੂਰ ਸੋ ਡੇਰਾ ਲਗਾਵਤ ਭਾਰ, ਤੇ ਕੋ ਦੂਰ ਭਾਈ ਗੌਰਾ ਜੀ ਨੇ ਡੇਰਾ ਲਾਇਆ, ਪੜਾ ਲਾਇਆ। ਸੁਨ ਸ੍ਰੀ ਹਰਿ ਰਾਏ ਪ੍ਰਸੰਨ ਭਏ, ਜੰਗ ਦਾ ਪ੍ਰਸੰਗ ਸੁਣ ਕੇ ਧੰਨ ਗੁਰੂ ਹਰਿ ਸਾਹਿਬ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਨਿਜ ਸਿੱਖ ਮਹਾਨ ਸੋ ਜਾਣ ਲਏ, ਭਾਈ ਗੌਰਾ ਜੀ ਨੂੰ ਆਪਣੇ ਮਹਾਨ ਗੁਰਸਿੱਖ ਕਰਕੇ ਜਾਣਿਆ। ਤਤਕਾਲ ਪਠਾਵਨ ਦਾਸ ਕਰਿਓ, ਤੇ ਸ਼ੀਘਰਤਾ ਨਾਲ ਦਾਸ ਸੇਵਕ ਘੱਲਿਆ ਗੁਰਾਂ। ਤਿਹ ਲਿਆਓ ਹਕਾਰ ਵਿਸਾਲ ਲਰਿਓ, ਜਾਓ ਭਾਈ ਜੋ ਵਿਸਾਲ ਲੜਿਆ, ਜਿਹਨੇ ਵੱਡਾ ਜੰਗ ਕੀਤਾ ਭਾਈ ਗੌਰਾ, ਉਹਨੂੰ ਸਾਡੇ ਕੋਲ ਸੱਦ ਕੇ ਲਿਆਓ। ਅਪਰਾਧ ਕਰਿਓ ਬਖਸ਼ੈ ਸਭ ਹੂੰ, ਬੜਾ ਜੋ ਉਹਨੇ ਵੱਡਾ ਅਪਰਾਧ ਕੀਤਾ ਸੀ ਤੇ ਜਿਹਦੇ ਅਪਰਾਧ ਵਿੱਚ ਉਹਨੂੰ ਬਹੁਤ ਵੱਡੇ ਸ਼ਰਾਪ ਵੀ ਮਿਲ ਚੁੱਕੇ ਹੋਏ ਹੈ, ਤੇ ਅਸੀਂ ਉਹ ਬਖਸ਼ਿਆ ਚਾਹੁੰਦੇ ਹਾਂ। ਤੇ ਜਾਓ ਉਹਨੂੰ ਸੱਦ ਕੇ ਲਿਆਓ। ਦੁਖ ਬ੍ਰਿੰਦਨ ਤੇ ਛੁਟਕੈ ਅਬ ਹੂੰ, ਸਮੂਹ ਦੁੱਖਾਂ ਤੋਂ ਭਾਈ ਗੌਰੇ ਨੂੰ ਅਸੀਂ ਛਡਾਉਣਾ ਚਾਹੁੰਦੇ ਹਾਂ। ਸੁਨ ਆਇਸ ਸੇਵਕ ਧਾਏ ਗਇਓ, ਸਤਿਗੁਰਾਂ ਦੀ ਆਗਿਆ ਸੁਣ ਕੇ ਸੇਵਕ ਦੌੜ ਕੇ ਗਿਆ। ਗੁਰ ਬਾਕ ਸੁਨਾਵਤ ਤਾਹੇ ਕੀਓ, ਸਤਿਗੁਰਾਂ ਦੇ ਵਾਕ ਵਚਨ ਜਾ ਕੇ ਭਾਈ ਗੌਰੇ ਨੂੰ ਸੁਣਾਇਆ। ਭਗਤੂ ਸੁਤ ਹੱਥਨ ਬੰਦ ਭਲੇ, ਤੇ ਭਾਈ ਭਗਤੂ ਜੀ ਦੇ ਪੁੱਤਰ ਸੁਣ ਕੇ ਤੇ ਬੜੀ ਭਲੀ ਪ੍ਰਕਾਰ ਦੋਨੋਂ ਹੱਥ ਬੰਦ ਕੀਤੇ ਹੈ, ਜੋੜੇ ਹੈ। ਅਬ ਬੰਦਨ ਕੀਨ ਤਹਾਂ ਸੋ ਖਲੇ, ਉੱਥੇ ਹੀ ਖਲੋਤੇ ਆ। ਧੰਨ ਗੁਰੂ ਹਰਿ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਭਾਈ ਗੌਰਾ ਜੀ ਨੇ ਨਮਸਕਾਰ ਕੀਤੀ। ਕਹਿ ਤੂੰ ਚੱਲ ਮੈਂ ਪੁਨ ਆਵਤ, ਤੇ ਸੇਵਕ ਨੂੰ ਕਿਹਾ ਭਾਈ ਤੁਸੀਂ ਚਲੋ ਤੇ ਮੈਂ ਤੁਹਾਡੇ ਮਗਰ ਹੀ ਆਇਆ। ਨਿਜ ਸੂਰਨ ਡਰ ਲਗਾਵਤ ਹੋ, ਆਪਣੇ ਸੂਰਮਿਆਂ ਦਾ ਜਿਹੜਾ ਡੇਰਾ ਹੈ ਉਹ ਮੈਂ ਲਗਵਾ ਰਿਹਾ ਹਾਂ। ਤਨ ਘਾਇਲ ਸ਼ਰਾਉਣ ਥੰਭਾਵਤ ਹੋ, ਤੇ ਜਿਹੜੇ ਘਾਇਲ ਜ਼ਖਮੀ ਹੋਏ ਹੈ ਉਹਨਾਂ ਦਾ ਮੈਂ ਸਾਰ ਸੰਭਾਲ ਕਰ ਰਿਹਾ ਆਪਣੇ ਸਿਪਾਹੀਆਂ ਦੀ, ਤੇ ਆਪਣੇ ਵੀ ਫੱਟ ਜਿਹੜੇ ਆ ਉਹਨਾਂ ਨੂੰ ਵੀ ਧੋ ਸਾਫ਼ ਕਰ ਰਹੇ ਆ। ਬਸ ਮਗਰ ਹੀ ਆਇਆ, ਤੁਸੀਂ ਚੱਲੋ। ਮ੍ਰਿਦ ਬਾਕਨ ਧਰ ਬਤਾਵਤ ਹੋ, ਤੇ ਮ੍ਰਿਦ ਬਾਕਨ ਧਰ ਬੜੇ ਕੋਮਲ ਬਚਨ ਕਹਿ ਕੇ
ਭਾਈ ਗੌਰਾ ਜੀ ਸੇਵਕ ਨੂੰ ਦਾਸ ਨੂੰ ਕਹਿ ਰਹੇ ਤੁਸੀਂ ਚਲੋ ਮੈਂ ਆਇਆ। ਸੁਣ ਸੇਵਕ ਬਾਜ ਧਵਾਏ ਗਇਓ। ਸੇਵਕ ਸੁਣ ਕੇ ਘੋੜਾ ਦੜਾ ਕੇ ਗੁਰਾਂ ਵੱਲ ਚਲਿਆ ਗਿਆ। ਜਿਮ ਗੌਰ ਕਹਿਓ ਸੋ ਸੁਨਾਏ ਦਿਓ। ਜਿਵੇਂ ਭਾਈ ਗੌਰਾ ਜੀ ਨੇ ਕਿਹਾ ਗੁਰਾਂ ਨੂੰ ਜਾ ਕੇ ਸੁਣਾਇਆ। ਗੁਰ ਫੇਰ ਪਠਾਵਨ ਕੀਨ ਦਵੈ। ਸਤਿਗੁਰਾਂ ਫਿਰ ਸੇਵਕ ਉਸੇ ਵੇਲੇ ਭੇਜਤਾ, ਉਹਨੇ ਪੈਰੀ ਵਾਪਸ ਮੋੜਤਾ। ਜਾਓ ਤੁਹਾਨੂੰ ਕੀ ਭਾਈ ਗੌਰਾ ਨੂੰ ਸੱਦ ਕੇ ਲਿਆਓ, ਜਾਓ ਜਾ ਕੇ ਲਿਆਓ। ਬਿਨ ਦੇਰ ਇਹਾਂ ਤਿਸ ਲਿਆਉ ਅਵੈ। ਬਿਨਾਂ ਦੇਰੀ ਤੋਂ ਸ਼ੀਘਰਤਾ ਨਾਲ ਲਿਆਓ ਉਹਨਾਂ ਨੂੰ ਇੱਥੇ। ਪੁਨ ਧਾਏ ਗਇਓ ਸਹਸਾਏ ਚਲੋ। ਤੇ ਸੇਵਕ ਫਿਰ ਗਿਆ ਘੋੜਾ ਨਠਾ ਕੇ। ਭਾਈ ਗੌਰਾ ਜੀ ਨੂੰ ਜਾ ਕੇ ਕਿਹਾ ਗੁਰੂ ਆਦੇਸ਼ ਹੈ ਕਿ ਸਹਸਾਏ ਸ਼ੀਘਰਤਾ ਨਾਲ ਚੱਲੋ ਗੁਰਾਂ ਦੇ ਕੋਲ। ਗੁਰ ਤੋਹੇ ਪ੍ਰਤੀਖਤ ਆਪ ਖਲੋ। ਸਤਿਗੁਰੂ ਜੀ ਤੁਹਾਨੂੰ ਪ੍ਰਤੀਖ ਰਹੇ ਐ, ਉਡੀਕ ਰਹੇ, ਆਪ ਖਲੋਤੇ ਹੋਏ ਐ। ਕਹਿ ਮੋਹਿ ਉਤਾਵਲ ਭੇਜ ਦਿਓ। ਦੇਖੋ ਮੈਨੂੰ ਉਤਾਵਲਤਾ ਦੇ ਨਾਲ ਫਿਰ ਕਾਲੀ ਨਾਲ ਵਾਪਸ ਭੇਜਦਾ ਤੁਹਾਨੂੰ ਸੱਦਣ ਵਾਸਤੇ। ਚਲੋ ਭਾਈ ਗੌਰਾ ਜੀ ਅਬ ਚਾਹਸ ਤੀਰ ਮਿਲਾਏ ਪੱਲਿਓ। ਇਹ ਹੁਣ ਸਤਿਗੁਰੂ ਜੀ ਤੁਹਾਨੂੰ ਆਪਣੇ ਤੀਰ ਕੋਲ ਆਪਣੇ ਨਾਲ ਮਿਲਾਇਆ ਚਾਹੁੰਦੇ ਐ। ਭਗਤੂ ਸੁਤ ਫੇਰ ਉਚਾਰਤ ਹੈ। ਤੇ ਭਾਈ ਭਗਤੂ ਜੀ ਦੇ ਪੁੱਤਰ ਭਾਈ ਗੌਰਾ ਜੀ ਫਿਰ ਕਹਿਣ ਲੱਗੇ ਕਹੀਏ ਭਗਵਾਨ ਪਖਾਰਤ ਹੈ। ਤੇ ਭਾਈ ਗੁਰਸਿੱਖਾ ਗੁਰਾਂ ਨੂੰ ਕਹਿ ਦਿਓ ਕਿ ਪਾਨ ਪਖਾਰਤ ਹੈ। ਹੱਥ ਪੈਰ ਧੋ ਕੇ ਬਸ ਪੰਜ ਇਸ਼ਨਾਨਾਂ ਕਰਕੇ ਰਕਤ ਨਾਲ ਲਿਬੜੇ ਹੱਥ ਪੈਰ ਵੀ ਤੇ ਤਨ ਤੇ ਵੀ ਫੱਟ ਲੱਗੇ, ਬਸ ਆਏ ਹੀ ਜਾਣੋ ਮੈਂ ਬਸ ਪੰਜ ਇਸ਼ਨਾਨਾਂ ਕਰਕੇ ਆ ਗਿਆ। ਰਾਜ ਅੰਕ ਉਤਾਰ ਸੋ ਆਵਤ ਹੈ। ਮਿੱਟੀ ਘੱਟਾ ਵੀ ਲੱਗਾ ਹੋਇਆ ਤਨ ਸਰੀਰ ਨੂੰ ਤੇ ਮੈਂ ਹੁਣੇ ਹੀ ਆ ਗਿਆ ਸ਼ੀਘਰਤਾ ਨਾਲ। ਇਹ ਮਿੱਟੀ ਘੱਟਾ ਝਾੜ ਕੇ ਰਕਤ ਨਾਲ ਲਿਬੜੇ ਬਸਤਰ ਬਦਲ ਕੇ ਛੇਤੀ ਆ ਗਿਆ ਮੈਂ। ਗੁਰ ਹਰਨ ਕੋ ਲਲਚਾਵਤ ਹੈ। ਗੁਰ ਹਿਰਨ ਕੋ ਸਤਿਗੁਰਾਂ ਨੂੰ ਵੇਖਣ ਵਾਸਤੇ ਮੇਰਾ ਮਨ ਬੜਾ ਲਲਚਾ ਰਿਹਾ। ਮੈਂ ਵੀ ਗੁਰੂ ਦਰਸ਼ਨਾਂ ਦਾ ਬੜਾ ਵਲਾਖੀ ਤਾਂ ਬਸ ਆਇਆ ਹੀ ਜਾਣੋ ਮੈਨੂੰ। ਸੁਨ ਸੇਵਕ ਜਾਏ ਸੁਨਾਏ ਦਿਓ। ਸੁਣ ਕੇ ਸੇਵਕ ਨੇ ਫਿਰ ਜਾ ਗੁਰਾਂ ਨੂੰ ਦੱਸਿਆ। ਗੁਰਦਾਸ ਪਠਾਵਨ ਆਨ ਕੀਓ। ਤੇ ਗੁਰਾਂ ਫਿਰ ਦਾਸ ਭੇਜ ਦਿੱਤਾ। ਹੁਣ ਹੋਰ ਦਾਸ ਪਹਿਲੋਂ ਹੀ ਤਿਆਰ ਕੀਤਾ, ਫਿਰ ਭੇਜਤਾ ਜਾਓ ਛੇਤੀ ਭਾਈ ਗੌਰੇ ਨੂੰ ਲਿਆਓ। ਅਬ ਜਾਏ ਕਹੋ ਭਗਤੂ ਸੁਤ ਕੋ। ਭਗਤੂ ਪੁੱਤਰ ਨੂੰ ਜਾ ਕੇ ਕਹੋ ਤੁਸੀਂ ਨਿਨਾਵੇਂ ਨੂੰ ਚੱਲ ਜੇ ਨਹਿ ਆਵਤ ਹੈ ਇਤ ਕੋ। ਜੇ ਤੂੰ ਚੱਲ ਕੇ ਇੱਧਰ ਨਹੀਂ ਆਉਂਦਾ ਗੁਰ ਤੋ ਢਿਗ ਆਪਹਿ ਆਵਤ ਹੈ। ਤੇ ਗੁਰੂ ਦੇਵ ਆਪੇ ਹੀ ਤੇਰੇ ਕੋਲ ਆ ਰਹੇ। ਹੁਣ ਦੱਸ ਆਉਣਾ ਕਿ ਤਾਂ ਅਸੀਂ ਆਈਏ ਤੇਰੇ ਕੋਲ। ਗਮਨੇ ਨਤ ਆਪ ਬੁਲਾਵਤ ਹੈ। ਨਤ ਆਪ ਬੁਲਾਵਤ ਹੈ। ਸਤਿਗੁਰੂ ਜੀ ਬੁਲਾ ਰਹੇ ਹੈ। ਜੇ ਨਹੀਂ ਚਲੋਗੇ ਤਾਂ ਸਤਿਗੁਰੂ ਜੀ ਆ ਰਹੇ। ਦੱਸੋ ਇਉਂ ਜਾ ਕੇ ਕਹੋ ਨੂੰ। ਇਮ ਜਾਏ ਕਹਿਓ ਸੁਨ ਤੂਰ ਨਹੀਂ। ਸੇਵਕ ਨੇ ਸ਼ੀਘਰਤਾ ਨਾਲ ਜਾ ਕੇ ਭਾਈ ਗੌਰੇ ਨੂੰ ਇਸੇ ਤਰ੍ਹਾਂ ਕਿਹਾ, ਸੁਣਾਇਆ, ਦੱਸਿਆ ਗੁਰੂ ਆਦੇਸ਼। ਗਮਨਿਓ ਪਿਖਬੇ ਗੁਰ ਪੂਰ ਨਹੀਂ। ਤੇ ਫਿਰ ਭਾਈ ਗੌਰਾ ਜੀ ਉਸੇ ਤਰ੍ਹਾਂ ਜਿਹੜੀ ਹਾਲਤ 'ਚ ਸੀ ਨਾ ਉਸੇ ਤਰ੍ਹਾਂ ਚੱਲ ਪਏ। ਫਿਰ ਦੋਹਰਾ ਰਾਜ ਸਮੇਤ ਆਯੁਧ ਲੱਗੇ। ਉਸੇ ਤਰ੍ਹਾਂ ਸ਼ਸਤਰ ਸਜੇ ਵੀ ਹੈ ਤਨ ਤੇ ਸ਼ਸਤਰਾਂ ਦੇ ਫੱਟ ਲੱਗੇ ਵੀ ਹੈ ਸਰੀਰ ਤੇ। ਰਕਤ ਨਾਲ ਭਿੱਜੇ ਬਸਤਰ ਵੀ ਹੈ, ਮਿੱਟੀ ਘਟਾ ਵੀ ਲੱਗਾ ਹੈ। ਉਸੇ ਤਰ੍ਹਾਂ ਚੱਲ ਪਿਆ। ਚੜ ਕਰ ਚਲਿਓ ਤੁਰੰਗ। ਘੋੜੇ ਤੇ ਸਵਾਰ ਹੋ ਕੇ ਭਾਈ ਗੌਰਾ ਜੀ ਚੱਲ ਪਏ। ਬੈਠੇ ਸ੍ਰੀ ਹਰਿ ਰਾਏ ਜੈ ਹੈ। ਜਿੱਥੇ ਧੰਨ ਗੁਰੂ ਸ੍ਰੀ ਗੁਰੂ ਹਰਿ ਸਾਹਿਬ ਜੀ ਬੈਠੇ ਹੈ। ਭਏ ਪ੍ਰਸੰਨ ਉਮੰਗ। ਤੇ ਬਹੁਤ ਪ੍ਰਸੰਨ ਸਤਿਗੁਰੂ ਜੀ ਸਜੇ ਭਾਈ ਗੌਰਾ ਜੀ ਨੂੰ ਉਡੀਕ ਹੀ ਰਹੇ ਹੈ ਤੇ ਬਖਸ਼ਣ ਵਾਸਤੇ ਸੇਵਕ ਨੂੰ ਮਨੋ ਤਾਵਲਾ ਹੋ ਰਿਹਾ ਹੈ ਕਿ ਅਸੀਂ ਸ਼ਰਾਪ ਦਿੱਤੇ ਆ ਆਪਣੇ ਸੇਵਕ ਨੂੰ ਤੇ ਉਹ ਅਸੀਂ ਬਖਸ਼ ਦਈਏ ਸ਼ੀਘਰਤਾ ਨਾਲ। ਸਤਿਗੁਰਾਂ ਦੇ ਮਨ ਵਿੱਚ ਬੜੀ ਉਮੰਗ ਹੈ, ਉਤਕੰਠਾ ਸੇਵਕ ਨੂੰ ਬਖਸ਼ਣ ਦੀ। ਤੇ ਸੇਵਕ ਭਾਈ ਗੌਰੇ ਦੇ ਮਨ ਵਿੱਚ ਬੜੀ ਉਮੰਗ ਹੈ, ਬੜੀ ਤਾਂਘ ਹੈ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ। ਦੀਰਘ ਸਤਿਗੁਰਾਂ ਦੀ ਨਾਰਾਜ਼ਗੀ ਹੋ ਗਈ ਸੀ, ਬਹੁਤ
ਵੱਡੇ ਸਤਿਗੁਰੂ ਜੀ ਨਾਰਾਜ਼ ਹੋ ਗਏ ਸੀ ਤੇ ਹੁਣ ਸਤਿਗੁਰੂ ਜੀ ਖੁਸ਼ ਹੋਏ ਐ ਤੇ ਬੜੀ ਮਨ ਵਿੱਚ ਖੁਸ਼ੀ। ਭਾਈ ਗੌਰਾ ਜੀ ਵੀ ਉਤਾਵਲਤਾ ਨਾਲ ਜਾ ਰਹੇ ਐ, ਉਧਰ ਸਤਿਗੁਰੂ ਜੀ ਵੀ ਆਪਣੇ ਸਿੱਖ ਨੂੰ ਉਡੀਕ ਰਹੇ ਹਨ। ਸੋ ਸਾਧ ਸੰਗਤ, ਲੜੀਵਾਰ ਕਥਾ ਵਿਚਾਰ ਦੀ ਇੱਥੇ ਸਮਾਪਤੀ ਕਰਦੇ ਹਾਂ ਤੇ ਨਾਲ ਹੀ ਆਪ ਸੰਗਤਾਂ ਦੇ ਹਿਰਦੇ ਅੰਦਰ ਗਿਆਤ ਹੋਵੇ। ਸਾਧ ਸੰਗਤ, ਅੱਜ ਬਹੁਤ ਮਹਾਨ ਤੇ ਪਵਿੱਤਰ ਦਿਹਾੜਾ ਹੈ। ਸਾਧ ਸੰਗਤ, ਅੱਜ ਤਿਆਗ ਤੇ ਵੈਰਾਗੀ ਦੀ ਮੂਰਤ ਤਿਲਕ ਜੰਨੂ ਦੇ ਰਾਖੇ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਪਾਤਸ਼ਾਹ ਜੀ ਦਾ ਅੱਜ 400 ਸਾਲਾ ਅਵਤਾਰ ਪੁਰਬ ਦਿਹਾੜਾ ਹੈ। ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਿਨ੍ਹਾਂ ਨੇ श्री अमृतसर साहिब नगरी गुरु के महल धन गुरु श्री गुरु हरगोबिंद साहिब पातशाह सतगुरां दे ग्रह विखे माता नानकी जी दी कुखों सतगुरां ने 1678 बिक्रमी वैसाख वदी पंचमी वाले दिन अवतार धारे ते अज साध संगत 2078 बिक्रमी संमत ते वैसाख वदी पंचमी वाला दिन है। बिक्रमी क्योंकि ईसवी नालों 57 साल अगे चलती है। ईसवी के हिसाब के नाल 1621 ईसवी अते वैसाख वदी पंचमी नूं गुरां ने अवतार धारिया ते अज 2021 ईस्वी अते वैसाख वदी पंचमी वाला दिन है। सतगुरु धन गुरु तेग बहादुर साहिब पातशाह जी दे अज 400 साला अवतार पुरब दिहाड़ा समूह ही देश विदेशों दीयां संगतां जिहड़ियां वो बड़ी श्रद्धा ते भावना दे नाल मना रहीआं हनगीआं। जिन्हां दी महिमा साध संगत सतगुरां दी आगाध बोध है। ऐसे धन गुरु तेग बहादुर साहिब जी त्याग ते वैराग्य दी मूरत होए, जिन्हां वर्गा ना कोई होया ते ना कोई हो सकदा। फिर अवतार काल तो ही सतगुरां दा इह सुभाव है कि संसार तो उपराम रहना। प्रथम शिशु काल विच बाल्य काल की अवस्था विच भी बालकां दे नाल खेल कुदन विच मस्त नहीं रहे। बाल्य काल की अवस्था विच भी एकांत बैठ जाना, सिमरन विच जुड़े रहना। अमृतसर साहिब नगरी भी इसी तरह रहे। सो जे कदे सोहने हुण माता जी सतगुरां दे साहिबजादे माता नानकी जी अपने लाल नूं सोहने वस्त्र गहने आदि पहना देंदे। ये सतगुरां दा सुभाव। कोई गरीब वेखना, लोड़वंद वेखना, उन्होंने जाके दे देने, गहने भी दे देने, वस्त्र भी दे देने। तो हमेशा ही उपरामता संसार के पदार्थों वालों रही। ये बाल्यकाल की अवस्था विच ही नहीं, आजीवन अवस्था रही है सतगुरां दी जी। इसी तरह फिर सतगुरां दा पानी ग्रहण भी हो गया, क्योंकि छोटी आयु विच ही उन्हां समयां विच विवाह हो जाते सी। धन गुरु हरगोबिंद साहिब जी ने धन गुरु तेग बहादुर साहिब जी का माता गुजरी जी दे नाल पानी ग्रहण करवा दिता है। फिर भी सतगुरु जी ब्रह्मचारी दे विच प्रपक्क रहे है ते वड्डी आयु तक सतगुरु जी ब्रह्मचारी दे विच प्रपक्क रहे है। यही कारण है कि कितने लम्मे समय मगरों धन कलगीधर पातशाह सतगुरां दा फिर अवतार होया, किन्ने लम्मे समय मगरों। सो जे करतारपुर साहिब नगरी आए
ਇੱਥੇ ਵੀ ਇਸੇ ਤਰ੍ਹਾਂ ਰਹੇ। ਫਿਰ ਪਿਤਾ ਜੀ ਦੇ ਨਾਲ ਜੇ ਕੀਰਤਪੁਰ ਸਾਹਿਬ ਨਗਰੀ ਆ ਗਏ। ਇੱਥੇ ਵੀ ਸੰਸਾਰ ਤੋਂ ਉਪਰਾਮਤਾ ਵਿੱਚ ਹੀ ਰਹੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੇ ਹੋਰ ਬੜੇ ਲਾਇਕ ਸਾਹਿਬਜ਼ਾਦੇ ਵੀ ਹੈ। ਬਾਬਾ ਗੁਰਦਿੱਤਾ ਜੀ ਹੈ, ਬਾਬਾ ਸੂਰਜਮਲ ਜੀ ਹੈ, ਬਾਬਾ ਅਣੀ ਰਾਏ ਜੀ ਹੈ। ਪਰੰਤੂ ਜਿੱਥੇ ਬਾਕੀ ਸਾਹਿਬਜ਼ਾਦਿਆਂ ਦੇ ਨਾਲ ਬੜਾ ਸਨੇਹ ਤੇ ਪਿਆਰ ਕਰਦੇ ਹੈ, ਉੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਨਾਲ ਸਾਰਿਆਂ ਨਾਲੋਂ ਵਿਸ਼ਿਸ਼ਟ ਸਨੇਹ ਹੈ। ਤੇ ਕੇਵਲ ਸਨੇਹ ਨਹੀਂ, ਸਾਰਿਆਂ ਨਾਲੋਂ ਵਿਸ਼ਿਸ਼ਟ ਸਨਮਾਨ ਤਥਾ ਸਤਿਕਾਰ ਵੀ ਦਿੰਦੇ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪਿਤਾ ਜੀ ਦੇ ਕੋਲ ਆਉਂਦੇ, ਸਤਿਗੁਰੂ ਜੀ ਸਿੰਘਾਸਨ ਤੋਂ ਉੱਠ ਕੇ ਖਲੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਤਿਕਾਰ ਕਰਦੇ ਕਿ ਜਾਣਦੇ ਹੈ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਦੇ ਆਸਨ ਤੇ ਸੱਜਣਾ ਤੇ ਜਗਤ ਵਿੱਚ ਬਹੁਤ ਮਹਾਨ ਵੱਡੇ ਕਾਰਜ ਧਰਮ ਦੀ ਰਖਤਾ ਵਾਲੇ, ਧਰਮ ਦੀ ਰਾਖੀ ਵਾਲੇ ਇਹਨਾਂ ਨੇ ਕਰਨੇ। ਤਿਲਕ ਜੰਜੂ ਦੇ ਰਾਖੇ ਇਹਨਾਂ ਨੇ ਬਣਨਾ। ਸੋ ਇਸ ਵਾਸਤੇ ਬੜਾ ਸਨਮਾਨ ਦਿੰਦੇ ਹੈ। ਤੇ ਜਿੱਥੇ ਵੇਖੋ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਹਰਿ ਸਾਹਿਬ ਜੀ ਨੂੰ ਗੁਰਤਾ ਦਾ ਸਿੰਘਾਸਨ ਦੇ ਦਿੱਤਾ ਨਾ ਜਿਸ ਵੇਲੇ, ਤੇ ਮਾਤਾ ਨਾਨਕੀ ਜੀ ਤਥਾ ਮਾਤਾ ਮਰਵਾਹੀ ਜੀ ਆਦਿ ਇਹਨਾਂ ਮਾਤਾਵਾਂ ਨੇ ਸਗੋਂ ਗੁਰਾਂ ਦੇ ਪ੍ਰਤੀ ਰੋਸ ਜਤਾਇਆ ਕਿ ਸਾਡੇ ਪੁੱਤਰਾਂ ਨੂੰ ਬਾਬਾ ਸੂਰਜਮਲ ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿੰਘਾਸਨ ਨਹੀਂ ਦਿੱਤਾ। ਕਿੰਤੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਵਿੱਚ ਲੇਸ਼ ਮਾਤਰ ਵੀ ਇਸ ਗੱਲ ਦੀ ਕੋਈ ਆਸਕਤੀ ਜਾਂ ਵਿਚਾਰ ਨਹੀਂ ਆਈ। ਹਰ ਵੇਲੇ ਸਿਮਰਨ ਵਿੱਚ ਤਾਲੀਨ ਰਹਿੰਦੇ। ਤੇ ਜੇ ਮਾਤਾ ਜੀ ਸਤਿਗੁਰਾਂ ਤੋਂ ਮਗਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਮਗਰੋਂ ਆਪਣੇ ਪੇਕੇ ਘਰ ਬਕਾਲੇ ਨਗਰ ਚਲੇ ਗਏ ਤਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਨਾਲ ਹੀ ਚਲੇ ਗਏ। ਮਾਤਾ ਜੀ ਤੇ ਜਾਣਾ ਹੀ ਸੀ ਮਾਤਾ ਜੀ ਦੇ ਨਾਲ। ਉੱਥੇ ਵੀ ਫਿਰ ਬਕਾਲਾ ਨਗਰੀ ਦੇ ਵਿੱਚ ਵੀ ਨਿਰੰਤਰ ਸਿਮਰਨ ਵਿੱਚ ਤਾਲੀਨ, ਭੋਰੇ ਵਿੱਚ ਬੈਠੇ ਰਹਿੰਦੇ ਜਾਂ ਇਕਾਂਤ ਬਾਹਰ ਚਲੇ ਜਾਂਦੇ। ਇੱਧਰ ਸਾਧ ਸੰਗਤ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਦਿੱਲੀ ਨਗਰੀ ਵਿੱਚ ਸੱਚਖੰਡ ਨੂੰ ਜਾਣ ਲੱਗਿਆਂ ਵਚਨ ਕੀਤਾ ਕਿ ਬਾਬਾ ਬਕਾਲੇ ਵਿੱਚ ਹੈ, ਤੇ ਉਸ ਸਮੇਂ ਬਕਾਲੇ ਵਿੱਚ ਕੇਵਲ ਸੋਢੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਹੀ ਸਨ। ਪਤਾ ਲੱਗਣ ਤੋਂ ਧੀਰ ਮੱਲ, ਇਸੇ ਤਰ੍ਹਾਂ ਰਾਮ ਰਾਏ, ਹੋਰ ਬੇਅੰਤ ਸੋਢੀ 22 ਮੰਝੀਆਂ ਡਟ ਗਈਆਂ ਬਕਾਲੇ ਨਗਰੀ ਵਿੱਚ। ਉਧਰ ਮੱਖਣ ਸ਼ਾਹ ਲੁਬਾਣਾ ਜੋ ਕਿ ਸਮੁੰਦਰ ਵਿੱਚ ਬੇੜਾ ਡੁੱਬ ਰਿਹਾ ਸੀ, ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਾ ਵੀ ਸਹਾਇਤਾ ਕਰੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਜਹਾਜ਼ ਬੰਨੇ ਲਾਇਆ ਤੇ ਆਪਣੀ ਸੁਖਣਾ ਜਿਹੜੀ ਸੁਖੀ ਸੀ 500 ਮੋਹਰਾਂ ਮੈਂ ਭੇਟਾ ਕਰਾਂਗਾ ਉਹ ਲਾਉਣ ਵਾਸਤੇ ਆਇਆ। ਤੇ ਕੀ ਵੇਂਦਾ ਗੁਰੂ ਹੀ ਨਹੀਂ ਕੋਈ ਲੱਭ ਰਿਹਾ, ਸੱਚਾ ਕਿਹੜਾ। ਸੰਗਤ ਵਿੱਚ ਰੌਲਾ ਪੈ ਰਿਹਾ ਹੈ, ਹਾਹਾਕਾਰ ਹੋ ਰਹੀ ਹੈ, ਗੁਰੂ ਨਹੀਂ ਲੱਭ ਰਿਹਾ, ਗੁਰੂ ਕਿੱਧਰ ਹੈ। 22 ਮੰਝੀਆਂ ਡਠੀਆਂ ਸੋਢੀਆਂ ਦੀਆਂ, ਸਾਰਿਆਂ ਅੱਗੋਂ 2-2 ਮੋਹਰਾਂ ਰੱਖੀਆਂ, ਧੀਰਮਲ ਦੇ ਅੱਗੋਂ ਵੀ ਰੱਖੀਆਂ। ਸਾਰਿਆਂ ਆਸ਼ੀਰਵਾਦ ਦਿੱਤੇ ਆ, ਖੁਸ਼ੀਆਂ ਦਿੱਤੀਆਂ। ਅੰਤਰਜਾਮਤਾ ਕਿਸੇ ਵਿੱਚ ਵੀ ਨਹੀਂ, ਹੋਵੇ ਵੀ ਕਿਵੇਂ, ਗੁਰਤਾ ਪਦਵੀ ਤੇ ਪ੍ਰਾਪਤ ਕਿਸੇ ਨੂੰ ਨਹੀਂ ਹੈ। ਤੇ ਸਾਰਿਆਂ ਨੇ ਜਦੋਂ 2-2 ਮੋਹਰਾਂ ਦਿੱਤੀਆਂ, ਕੁਝ ਨਹੀਂ ਬੋਲੇ ਤੇ ਪੁੱਛਿਆ ਇੱਥੇ ਹੋਰ ਵੀ ਕੋਈ ਸੋਢੀ ਰਹਿੰਦਾ ਹੈ। ਤੇ ਨਗਰੀ ਦੇ ਵਾਸੀ ਲੋਕਾਂ ਦੱਸਿਆ ਕਿ ਸੋਢੀ ਤੇ ਇੱਕ ਹੈ। ਤੇ ਅੱਧਾ ਨਾਮ ਸਤਿਗੁਰਾਂ ਦਾ ਲਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਤੇ ਕਿਹਾ ਕਮਲਾ ਹੈ, ਭੋਰੇ 'ਚ ਰਹਿੰਦਾ, ਕਿਸੇ ਨਾਲ ਮਿਲਦਾ ਤੇ ਹੈ ਕੋਈ ਨਹੀਂ ਹੈ, ਨਾ ਉਹਨੂੰ ਕੋਈ ਮਿਲ ਜਾਂਦਾ ਹੈ, ਜਾਣਾ ਰਹਿ ਜੋ ਭੋਰੇ 'ਚ ਹੈ।
ਮੱਖਣ ਸ਼ਾਹ ਲਵਾਣਾ, ਚਲੋ ਦਰਸ਼ਨ ਕਰਦੇ। ਚਲਿਆ ਗਿਆ ਭੋਰੇ ਵਿੱਚ ਸਜੇ ਪਾਤਸ਼ਾਹ ਦੇ ਅੱਗੋਂ ਜਾ ਕੇ ਮੋਹਰਾਂ ਰੱਖ ਕੇ 2 ਨਮਸਕਾਰ ਕੀਤੀ। ਸਤਿਗੁਰੂ ਜੀ ਬੜੇ ਹੀ ਸਨੇਹ ਨਾਲ ਬੋਲੇ, ਭਲਿਆ। ਮੱਖਣ ਸ਼ਾਹ ਨਾਂ ਲੈ ਕੇ ਬੋਲੇ, ਸਤਿਗੁਰਾਂ ਦੇ ਘਰ ਨੂੰ ਕੋਈ ਕਿਸੇ ਤਰ੍ਹਾਂ ਦੀ ਆਸਕਤੀ ਨਹੀਂ ਹੈ, ਭਾਵੇਂ ਤੂੰ 2 ਵੀ ਨਾ ਭੇਟਾ ਕਰ, ਪਰੰਤੂ ਇਹ ਤੇਰੇ ਕੋਲ ਗਿਰਵੀ ਰਹਿਣਗੀਆਂ। ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸੁਖਣਾ ਤੈਨੂੰ ਲਾਉਣੀ ਪੈਣੀ ਹੈ। 500 ਸੁਖੀਆਂ ਸੀ, 2 ਹੀ ਹਾਜ਼ਰ ਕੀਤੀਆਂ ਤੇ ਨੇਤਰ ਅਸ਼ਕ ਬਾਹਰ ਹੋ ਆਏ। ਭਾਈ ਮੱਖਣ ਸ਼ਾਹ ਦੇ ਚਰਨਾਂ ਤੇ ਡਿੱਗ ਪਿਆ। ਸਤਿਗੁਰਾਂ ਕਿਰਪਾ ਕੀਤੀ, ਨਦਰੋ ਨਦਰੀ ਨਿਹਾਲ ਕੀਤਾ। ਕਹਿਣ ਲੱਗਾ, ਪਾਤਸ਼ਾਹ ਜੇ ਮੈਨੂੰ ਨਿਹਾਲ ਕੀਤਾ, ਸੰਗਤਾਂ ਵਿੱਚ ਲੁੱਟ ਹੋਈਆਂ ਉਹਨਾਂ ਨੂੰ ਵੀ ਨਿਹਾਲ ਕਰੋ। ਸਤਿਗੁਰੂ ਜੀ ਕਹਿਣ ਲੱਗੇ, ਜਿਹੜਾ ਸਾਨੂੰ ਬਾਹਰ ਪ੍ਰਗਟ ਕਰੇਗਾ ਨਾ, ਅਸੀਂ ਉਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਫੇਰਾਂਗੇ। ਤੇ ਪਰਉਪਕਾਰੀ ਭਾਈ ਲਾਧੋ ਜੀ, ਭਾਈ ਮੱਖਣ ਸ਼ਾਹ ਜੀ ਬਾਹਰ ਆਏ, ਮੂੰਹ ਕਾਲਾ ਕਰਕੇ ਖੋਤੇ ਤੇ ਚੜ੍ਹ ਕੇ ਗੁਰਾਂ ਕੋਲ ਗਏ। ਸਤਿਗੁਰੂ ਜੀ ਪ੍ਰਸੰਨ ਹੋਏ, ਖੁਸ਼ ਹੋਏ ਸਿੱਖ ਦਾ ਸਿਦਕ ਵੇਖ ਕੇ। ਤੇ ਫਿਰ ਜਦੋਂ ਗੁਰੂ ਖੁਸ਼ ਹੋਏ ਤੇ ਫਿਰ ਕੋਠੇ ਤੇ ਚੜ੍ਹ ਕੇ ਹੋਕਾ ਦਿੱਤਾ, ਗੁਰ ਲਾਧੋ ਰੇ, ਗੁਰ ਲਾਧੋ ਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਇਸ ਤਰ੍ਹਾਂ ਸੰਗਤਾਂ ਵਿੱਚ ਸਾਰਿਆਂ ਨੂੰ ਅਵਗਤ ਕਰਾਇਆ। ਸਾਰਿਆਂ ਵਿੱਚ ਗੁਰਾਂ ਦਾ ਜਸ ਛਾ ਗਿਆ। ਸਤਿਗੁਰੂ ਜੀ ਨੂੰ ਸਾਰੀਆਂ ਸੰਗਤਾਂ ਨੇ ਆ ਕੇ ਨਤਮਸਤਕ ਹੋਣਾ ਕੀਤਾ। ਫਿਰ ਕਿੰਨੇ ਰਹਿਣਾ ਸੀ, 22 ਮੰਝੀਆਂ ਬਿਖਰ ਗਈਆਂ। ਸਭ ਸੰਗਤਾਂ ਗੁਰਾਂ ਦੇ ਚਰਨੀ ਆ ਲੱਗੀਆਂ। ਵੇਖੋ ਕਿ ਕ੍ਰੋਧ ਵਿੱਚ ਆਏ ਧੀਰਮਲ ਨੇ ਸਤਿਗੁਰਾਂ ਤੇ ਗੋਲੀ ਵੀ ਚਲਵਾ ਦਿੱਤੀ। ਪਤਾ ਲੱਗਣ ਤੋਂ ਜਿਹੜਾ ਧੀਰਮਲ ਸੀ ਨਾ, ਪਤਾ ਲੱਗਣ ਤੋਂ ਧੀਰਮਲ ਨੇ ਜਿਸ ਵੇਲੇ ਗੋਲੀ ਚਲਾਈ ਹੈ ਤੇ ਮੱਖਣ ਸ਼ਾਹ ਨੇ ਧੀਰਮਲ ਦਾ ਫੌਜ ਸੀ ਨਾ, ਮੱਖਣ ਸ਼ਾਹ ਨਾਲ ਸਾਰਾ ਡੇਰਾ ਲੁੱਟ ਲਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਲੈ ਆਂਦੀ। ਇੱਧਰ ਤਿਆਗ ਵਿਰਾਗ ਦੀ ਮੂਰਤ ਸਤਿਗੁਰਾਂ ਨੂੰ ਪਤਾ ਲੱਗਾ। ਸਤਿਗੁਰਾਂ ਮੱਖਣ ਸ਼ਾਹ ਨੂੰ ਸੱਦ ਕੇ ਕਿਹਾ ਕਿ ਜੇ, ਕਿਉਂਕਿ ਧੀਰਮਲ ਸਤਿਗੁਰਾਂ ਦਾ ਸਾਰਾ ਹੀ ਕਾਰ ਭੇਟਾ ਲੁੱਟ ਕੇ ਲੈ ਗਿਆ ਸੀ ਤੇ ਮਗਰੋਂ ਮੱਖਣ ਸ਼ਾਹ ਧੀਰਮਲ ਕੋਲ ਲੁੱਟ ਲਿਆਇਆ। ਸਤਿਗੁਰਾਂ ਮੱਖਣ ਸ਼ਾਹ ਨੂੰ ਸੱਦ ਕੇ ਕਿਹਾ ਕਿ ਧੀਰਮਲ ਨੇ ਮਸ਼ੱਕਤ ਕੀਤੀ ਹੈ, ਉਹਨੇ ਮਸ਼ੱਕਤ ਕਰਕੇ ਲੁੱਟ ਕੇ ਖੜਿਆ ਤੇ ਕਾਹਨੂੰ ਉਹਦੇ ਕੋਲ ਲਿਆਉਣਾ ਸੀ। ਜਾਓ ਸਾਰਾ ਕੁਝ ਮੋੜ ਆਓ। ਸਭ ਕੁਝ ਮੋੜ ਆਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨਹੀਂ ਮੋੜੀ ਤੇ ਸਤਿਗੁਰਾਂ ਨੂੰ ਦੱਸਿਆ ਵੀ ਨਹੀਂ। ਇਹਦਾ ਮਗਰੋਂ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੇਖਿਆ ਸਾਰੇ ਈਰਖਾ ਕਰਦੇ ਆ, ਫਿਰ ਅੰਮ੍ਰਿਤਸਰ ਸਾਹਿਬ ਗਏ। ਉੱਥੇ ਮਸੰਦਾਂ ਨੇ ਅੰਦਰ ਪ੍ਰਵੇਸ਼ ਨਹੀਂ ਕਰਨ ਦਿੱਤਾ। ਦਰਬਾਰ ਸਾਹਿਬ ਪਤਾ ਨਹੀਂ ਇੱਥੇ ਹੀ ਮੱਲ ਕੇ ਬਹਿ ਜਾਣਾ। ਮਸੰਦਾਂ ਨੇ ਅੱਗੋਂ ਬੂਹੇ ਬੰਦ ਕਰ ਲਏ। ਫਿਰ ਸਤਿਗੁਰੂ ਜੀ ਵਾਪਸ ਆਏ, ਬਿਆਸਾ ਦੇ ਪਹੁੰਚੇ। ਫਿਰ ਪਤਾ ਲੱਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੇ ਮੋੜੀ ਨਹੀਂ ਮੱਖਣ ਸ਼ਾਹ ਨੇ। ਉੱਥੇ ਅਮਾਨਤ ਰੱਖਤੀ ਦਰਿਆ ਵਿੱਚ, ਇਹ ਕਹਿ ਦੇਣਾ ਧੀਰਮਲ ਨੂੰ ਕਿ ਆ ਕੇ ਲੈ ਜਾ। ਦਰਿਆ ਵਿੱਚ ਅਮਾਨਤਸਰ ਗੁਰਦੁਆਰਾ ਬਣਿਆ ਇਤਿਹਾਸਕ ਸਤਿਗੁਰਾਂ ਦਾ। ਉੱਥੋਂ ਫਿਰ ਸਤਿਗੁਰੂ ਜੀ ਇੱਧਰ ਕੀਰਤਪੁਰ ਸਾਹਿਬ ਨਗਰੀ ਵੱਲ ਨੂੰ ਆ ਗਏ। ਇੱਥੇ ਵੀ ਸੋਢੀਆਂ ਈਰਖਾ ਕੀਤੀ, ਆਪਣੀ ਨਗਰੀ ਵਸਾ ਲਈ। ਇਹ ਜਿੱਥੇ ਆਪ ਸੰਗਤਾਂ ਸਜੇ ਉਹਨਾਂ ਅਨੰਦਪੁਰ ਸਾਹਿਬ ਨਗਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਸਾਈ ਹੋਈ ਨਗਰੀ ਹੈ। ਇੱਥੇ ਵੀ ਈਰਖਾ ਕਰਨੋਂ ਨਹੀਂ ਲੋਕ ਘਟੇ। ਤਿਆਗ ਵਿਰਾਗ ਦੀ ਮੂਰਤ ਛੱਡ ਕੇ ਫਿਰ ਤੇ ਪਟਨੇ ਵੱਲ ਨੂੰ ਚਲੇ ਗਏ। ਐਸੇ ਮਹਾਨ ਜਿਨ੍ਹਾਂ ਦੀ ਮਹਿਮਾ ਜਿਤਨੀ ਵੀ ਕਰ ਲਓ ਅਲਪ ਹੀ ਅਲਪ ਹੈ। ਸਾਧ ਸੰਗਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਿਮਾ ਸਮਗਰਤਾ ਰੂਪ ਵਿੱਚ ਬਿਆਨ ਕੀਤੀ ਨਹੀਂ ਜਾ ਸਕਦੀ। ਐਸੀ ਤਿਆਗ ਵੈਰਾਗ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਅੱਜ 400 ਸਾਲੇ ਅਵਤਾਰ ਪੁਰਬ ਦਿਹਾੜੇ ਤੇ ਗੁਰੂ ਦਰਬਾਰਾਂ ਦੀਆਂ ਹਾਜ਼ਰੀਆਂ ਸੰਗਤਾਂ ਲਵਾ ਰਹੇ ਹੋ ਤਥਾ ਸਮੂਹ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਾਂ ਦਾ ਇਹ ਅਵਤਾਰ ਪੁਰਬ ਸੰਗਤਾਂ ਮਨਾ ਰਹੀਆਂ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਾਰੀ ਸੰਗਤ ਦੀਆਂ ਹਾਜ਼ਰੀਆਂ ਲਵਾਉਂਦਿਆਂ ਸਭ ਨੂੰ ਵੈਰਾਗਯ
ਬਵੇਕ ਆਦਿ ਦੀਆਂ ਦਾਤਾਂ ਤਥਾ ਨਾਮ ਦੀਆਂ ਦਾਤਾਂ ਝੋਲੀ ਵਿੱਚ ਪਾ ਕੇ ਨਿਵਾਜਣ ਸਭ ਨੂੰ ਕਿਰਤਾਰਥ ਕਰਨ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੋ ਸ਼ੁਭ ਜੀ ਅਰਦਾਸ ਜੀ। ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ, ਸਾਧ ਸੰਗਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਨਾਨਕ ਦੇਵ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਰਜ ਸਮੇਤ ਆਇਦ ਲਗੇ ਚੜ ਕਰ ਚਲਿਓ ਤੁਰੰਗ। ਬੈਠੇ ਸ੍ਰੀ ਹਰਿ ਰਾਏ ਗੁਰ ਜਹ ਭਏ ਪ੍ਰਸੰਨ ਉਮੰਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁਤ ਪਾਰ ਬ੍ਰਹਮ ਅਬਿਨਾਸੀ ਅਗਨ हे पूर्ण हे सर्वमय दुख भंजन गुणतास। हे संगी हे निरंकार हे निर्गुण सबटे। हे गोविंद हे गुण निधान जाकै सदा विवेक। हे अपरंपर हर हरे है पियो बनहार। हे संत कै सदा संग निधारा आधार। हे ठाकुर दास रूप मैं निर्गुण गुण नहीं कोय। नानक दीजै नाम दान राखो आए प्रभ कृपा निध दयाल। एक अखर हर मन बसत नानक होत निहाल। वाहिगुरु नाम जहाज है जड़े सोतर है पार। जो श्रद्धा कर सेव दे वाहिगुरु पार उतारन हार। जो श्रद्धा कर सेव दे वाहिगुरु पार उतारन हार। गज के करग जावे फतेह पावे निहाल हो जावे। सत श्री अकाल देग तेग फतेह गुरु खालਸੇ ਦੀ ਧਰਮਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।